प्यारे विद्यार्थियों, स्वागत है ਤੁਹਾਡੇ ਆਪਣੇ YouTube ਚੈਨਲ 'ਤੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ BA ਭਾਗ ਦੂਜਾ ਦੇ ਇਲੈਕਟਿਵ ਪੰਜਾਬੀ ਪਾਠਕ੍ਰਮ ਵਿੱਚ ਸ਼ਾਮਲ ਕਵੀ ਸੌਦਾ ਸਿੰਘ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ। ਕਵੀ ਸੌਦਾ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਲਹਿੰਦੀ ਪਾਸੇ ਵੱਲ ਅੱਜ ਵੀ ਘੁੱਗ ਵਸਦੇ ਪਿੰਡ ਕਾਲੇ ਨਜ਼ਦੀਕ ਛੇਹਰਟਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ 1750 ਤੋਂ 1760 ਈਸਵੀ ਦੇ ਆਸ-ਪਾਸ ਜਨਮਿਆ ਅਤੇ ਇੱਥੇ ਹੀ ਉਸ ਦਾ ਦੇਹਾਂਤ 1833 ਤੋਂ 1839 ਈਸਵੀ ਦੇ ਦਰਮਿਆਨ ਹੋਇਆ। ਇਸ ਬਾਰੇ ਪ੍ਰਮਾਣਿਕ ਪੂਰਾ ਪਤਾ ਨਹੀਂ ਲੱਗ ਸਕਿਆ ਹਾਲੇ ਤੱਕ। ਉਮਰ ਦਾ ਵਧੇਰੇ ਸਮਾਂ ਉਹ ਪਿੰਡ ਕਾਲੇ ਵਿੱਚ ਹੀ ਬੈਠ ਕੇ ਸਾਹਿਤ ਸਿਰਜਣਾ ਕਰਦਾ ਰਿਹਾ ਅਤੇ ਵਿੱਦਿਆ ਦਾਨ ਦਿੰਦਾ ਰਿਹਾ। ਪ੍ਰਤੀਤ ਹੁੰਦਾ ਹੈ ਕਿ ਉਸਨੇ ਸਾਰੀ ਉਮਰ ਲੇਖਣੀ ਦੇ ਹੀ ਲੇਖੇ ਲਾ ਦਿੱਤੀ ਅਤੇ ਕਈ ਮੌਲਿਕ ਰਚਨਾਵਾਂ ਦੇ ਨਾਲ ਉਸਨੇ ਕਈ ਗ੍ਰੰਥਾਂ ਦੇ ਉਤਾਰੇ ਵੀ ਕੀਤੇ। ਉਹ ਲਿਖਦਾ ਹੈ, ਔਦ ਗਈ ਲਿਖਤੇ ਲਿਖਤੇ ਪਰ ਭੋਜ ਚਿੰਤ ਤੇ ਹੀਨ ਨਾ ਪਾਇਆ, ਪਾਂਚ ਗ੍ਰੰਥ ਲਿਖੇ ਸੰਪੂਰਨ ਪੋਥੀ ਕਾ ਸਮਾਰ ਨਾ ਹੋਇਆ। ਇਸੇ ਤਰ੍ਹਾਂ ਹੀ ਕਵੀ ਸੌਦਾ ਸਿੰਘ ਨੇ ਉਸ ਵੇਲੇ ਤੱਕ ਪ੍ਰਚਲਿਤ ਵਧੇਰੇ ਕਰਕੇ ਸਿੱਖ ਸਾਹਿਤ ਦੀਆਂ ਮੁੱਖ ਵੰਨਗੀਆਂ ਉੱਪਰ ਹੱਥ ਅਜਮਾਇਆ ਹੈ। ਉਹ ਸਾਰੀ ਉਮਰ ਅਵਤਾਰਾਂ ਅਤੇ ਗੁਰੂ ਸਾਹਿਬਾਨ ਅਤੇ ਸੰਤ ਭਗਤਾਂ ਦੇ ਜਸ ਗਾਉਂਦਾ ਰਿਹਾ। ਜੇਕਰ ਉਸਦੀ ਰਚਨਾਵਾਂ ਦੀ ਗੱਲ ਕਰਨੀ ਹੋਵੇ ਤਾਂ ਉਸ ਦੀਆਂ ਹੁਣ ਤੱਕ ਦੀਆਂ ਜਿਹੜੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਰਚਨਾਵਾਂ ਨੇ, ਕਵੀ ਸੌਦਾ ਸਿੰਘ ਦੀਆਂ, ਉਹਨਾਂ ਦੇ ਵਿੱਚ ਗੁਰੂ ਉਸਤਤ ਜਾਂ 10 ਗੁਰੂ ਕਥਾ, ਮਿੱਠੜੇ ਪ੍ਰੇਮ ਦੀ ਵਾਰ, ਰਮਾਇਣ ਬਾਰਾਂਮਾਹ, ਗੁਰਪ੍ਰਣਾਲੀ, ਉਸਤਤ ਅੰਮ੍ਰਿਤਸਰ ਜੀ ਕੀ, ਝਗੜਾ ਜੱਟੀ ਤੇ ਖਤਰਾਣੀ ਅਤੇ ਹਾਤਮਨਾਮਾ। ਇਸ ਤੋਂ ਇਲਾਵਾ ਉਸਦੀਆਂ ਕੁਝ ਅਣਪ੍ਰਕਾਸ਼ਿਤ ਜਿਹੜੀਆਂ ਰਚਨਾਵਾਂ ਨੇ ਉਹਨਾਂ ਵਿੱਚ ਬਾਬਾ ਬੁੱਢਾ ਬੰਸਾਵਲੀ, ਉਸਤਤ ਗੁਰੂ ਗੋਬਿੰਦ ਸਿੰਘ ਜੀ ਕੀ, ਸ਼ੀਅਰਫੀ ਕਲਯੁੱਗ ਕੀ, ਆਰਤਾ ਅਤੇ ਕੁਝ ਹੋਰ ਰਚਨਾਵਾਂ ਮਿਲਦੀਆਂ ਹਨ। ਕਵੀ ਸੌਦਾ ਸਿੰਘ ਸੌਦਾ ਸਾਹਿਤ ਮੱਧਕਾਲੀ ਪੰਜਾਬ ਦੇ ਸਾਹਿਤ, ਇਤਿਹਾਸ ਅਤੇ ਭਾਸ਼ਾ ਆਦਿ ਦੀ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹੈ। ਹਾਤਮ ਤਾਈ ਦਾ ਕਿੱਸਾ ਸਭ ਤੋਂ ਪਹਿਲਾਂ ਉਸਨੇ 1807 ਅਤੇ 1808 ਈਸਵੀ ਦੇ ਵਿੱਚ ਲਿਖਿਆ। ਉਸਦੀ ਇੱਕ ਰਚਨਾ ਝਗੜਾ ਜੱਟੀ ਤੇ ਖਤਰਾਣੀ ਅਣਛੋਪਲੇ ਹੀ ਵਿਸ਼ਿਸ਼ਟ ਸਾਹਿਤ ਵਿੱਚੋਂ ਨਿਕਲ ਕੇ ਲੋਕ ਕਾਵਿ ਦੇ ਖੇਤਰ ਵਿੱਚ ਪ੍ਰਵੇਸ਼ ਕਰ ਗਈ, ਜੋ ਅੱਜ ਵੀ ਲੋਕਾਂ ਦੇ ਬੁੱਲ੍ਹਾਂ ਦੇ ਉੱਪਰ ਹੈ। ਬਾਬਾ ਬੁੱਢਾ ਬੰਸਾਵਲੀ ਸ਼ਾਇਦ ਉਸਦੀ ਬਾਬਾ ਬੁੱਢਾ ਜੀ ਦੇ ਬਾਰੇ ਲਿਖੀ ਪਹਿਲੀ ਲੰਮੇਰੀ ਰਚਨਾ ਸੀ, ਜਿਸ ਵਿੱਚ ਉਸਦੇ ਸਮਕਾਲ ਤੱਕ ਬਾਬਾ ਬੁੱਢਾ ਜੀ ਦੇ ਆਸ-ਪਾਸ ਵਿੱਚ ਜੋ ਗੁਜ਼ਰੇ ਮਹੱਤਵਪੂਰਨ ਵਿਅਕਤੀਆਂ ਅਤੇ ਉਹਨਾਂ ਦੇ ਯੋਗਦਾਨ ਦਾ ਪਤਾ ਚੱਲਦਾ ਹੈ। ਗੁਰੂ ਉਸਤਤ ਜਾਂ 10 ਗੁਰੂ ਕਥਾ ਗੁਰੂ ਇਤਿਹਾਸ ਲਿਖਣ ਲਈ ਇੱਕ ਭਰੋਸੇਯੋਗ ਸੋਮੇ ਦੇ ਤੌਰ 'ਤੇ ਵਰਤੀ ਜਾਂਦੀ ਹੈ। ਇਸ ਰਚਨਾ ਬਾਰੇ ਦਿਲਚਸਪ ਗੱਲ ਇਹ ਹੈ ਕਿ ਇਹ ਰਚਨਾ ਕਾਫੀ ਸਮਾਂ ਕਵੀ ਕੰਗਨ ਦੇ ਨਾਮ ਨਾਲ ਚੱਲਦੀ ਰਹੀ, ਜਦਕਿ ਇਸ ਦਾ ਅਸਲ ਲੇਖਕ ਕਵੀ ਸੌਦਾ ਸਿੰਘ ਹੈ। 10 ਗੁਰੂ ਕਥਾ ਰਚਨਾ ਉਸ ਦੀ ਗੱਲ ਕੀਤੀ ਹੈ। ਉਸ ਦੀਆਂ ਕਾਵਿ ਰਚਨਾਵਾਂ ਵਿੱਚ ਸਾਹਿਬ ਸਿੰਘ ਭੰਗੀ, ਸ਼ਾਹ ਜਮਾਨ, ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਮਹਾਰਾਜਾ ਰਣਜੀਤ ਸਿੰਘ ਅਤੇ ਕਾਲਿਆਂ ਵਾਲੇ ਸਰਦਾਰਾਂ ਦੇ ਸੰਕੇਤ ਮਿਲਦੇ ਹਨ, ਜੋ ਤਤਕਾਲੀ ਪੰਜਾਬ ਦੇ ਇਤਿਹਾਸ ਉੱਪਰ ਰੌਸ਼ਨੀ ਪਾਉਂਦੇ ਹਨ। ਉਸ ਦੀ ਭਾਸ਼ਾ ਪ੍ਰਯੋਗ ਵਿੱਚ ਮਾਝੀ ਦੇ ਅੰਸ਼ ਵੀ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਕਵੀ ਸੌਦਾ ਸਿੰਘ ਰਚਿਤ ਮਿੱਠੜੇ ਕਿ ਆਪਣੇ ਪਾਠਕ੍ਰਮ ਦੇ ਵਿੱਚ ਸ਼ਾਮਲ ਹੈ, ਉਸ ਦੀ ਸਭ ਤੋਂ ਵੱਧ ਪੜ੍ਹੀ ਗਈ ਚਰਚਿਤ ਰਚਨਾ ਹੈ, ਜਿਸ ਵੱਲ ਸਭ ਤੋਂ ਪਹਿਲਾ ਇਸ਼ਾਰਾ ਬਾਬਾ ਬੋਧ ਸਿੰਘ ਨੇ ਬੰਬੀਹਾ ਬੋਲ ਪੁਸਤਕ ਦੇ ਵਿੱਚ ਕੀਤਾ। ਬਾਬਾ ਜੀ ਨੂੰ ਆਖਰ ਤੋਂ ਰਚਨਾ ਅਧੂਰੀ ਮਿਲਣ ਕਰਕੇ ਉਹ ਅਸਲੀ ਲੇਖਕ ਨੂੰ ਨਾ ਲੱਭ ਸਕੇ। ਮਿੱਠੜੇ ਕਵਿਤਾ ਦਾ ਕੋਈ ਨਿਆਰਾ ਅਤੇ ਵੱਖਰਾ ਰੂਪ ਨਹੀਂ, ਸਗੋਂ ਵਿਸ਼ੇਸ਼ ਮਨੋਸਥਿਤੀ ਜਾਂ ਭਾਵਨਾ ਤੋਂ ਪ੍ਰੇਰਿਤ ਹੋ ਕੇ ਲਿਖੀ ਗਈ ਕਵਿਤਾ ਹੈ। ਅਰਥਾਤ ਜਿਸ ਵਿੱਚ ਗੋਪੀਆਂ ਵੱਲੋਂ ਕਾਣ, ਕਨ੍ਹੱਈਆ ਪ੍ਰਤੀ ਅਲਾਮੇ ਅਤੇ ਗਿਲੇ ਸ਼ਿਕਵੇ ਹਨ। ਸ਼ਬਦ ਮਿੱਠੜੇ ਦੀ ਘਾੜਤ ਬਾਰੇ ਪਿਆਰਾ ਸਿੰਘ ਪਦਮ ਨੇ ਕਿਹਾ ਹੈ
ਕਿ ਮਾਲੂਮ ਹੁੰਦਾ ਹੈ ਕਿ ਅਲਾਂਭਾ ਸ਼ਬਦ ਦੀ ਕਠੋਰਤਾ ਨੂੰ ਛੁਪਾਉਣ ਲਈ ਇਸ ਨੂੰ ਮਿੱਠੜੇ ਦਾ ਨਾਂ ਦਿੱਤਾ ਗਿਆ ਹੈ। ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਇਸ ਮਨੋਸਥਿਤੀ ਬਾਰੇ ਲਿਖੀ ਗਈ ਕਵਿਤਾ ਨੂੰ ਇਹ ਨਵਾਂ ਨਾਮ ਦੇਣ ਵਾਲਾ ਸੋਧਾ ਪਹਿਲਾ ਕਵੀ ਹੈ, ਜਿਸ ਤੋਂ ਪ੍ਰਭਾਵਿਤ ਹੋ ਕੇ ਪਿਛਲੇਰੇ ਕਵੀ ਰਾਮ ਸਿੰਘ ਨੇ ਵੀ ਮਿੱਠੜੇ ਲਿਖੇ, ਭਾਵੇਂ ਉਹ ਸੋਧੇ ਦੀ ਬਰਾਬਰੀ ਨਹੀਂ ਕਰ ਸਕਿਆ। ਰਾਮ ਸਿੰਘ ਦੀ ਰਚਨਾ ਸੰਖੇਪ ਹੋਣ ਕਰਕੇ ਇਸ ਵਿੱਚ ਜਿਹੜਾ ਹੈ ਕਟਾਕ, ਲੋਚਣੀ ਅਤੇ ਵਿਲਕਣੀ ਦਾ ਉਹ ਰੰਗ ਨਹੀਂ ਜਮਾ ਸਕਿਆ ਜੋ ਸੋਧਾ ਵਿੱਚ ਹੈ। ਪੰਜਾਬੀ ਕ੍ਰਿਸ਼ਨ ਕਾਵਿ ਦੀ ਰਸ ਭਰੀ ਵੰਨਗੀ ਹੋਣ ਕਰਕੇ ਇਹ ਪ੍ਰੇਮਾ ਭਗਤੀ ਵਾਲਾ ਅਧਿਆਤਮਕ ਕਾਵਿ ਹੈ। ਕਵੀ ਦੀ ਧਾਰਨਾ ਹੈ ਕਿ ਪ੍ਰੇਮਾ ਭਗਤੀ ਸਭ ਤੋਂ ਉੱਤਮ ਹੈ, ਪਰ ਇਹ ਪ੍ਰਾਪਤ ਉਸ ਨੂੰ ਹੁੰਦੀ ਹੈ ਜਿਸ ਉੱਪਰ ਪਰਮਾਤਮਾ ਦੀ ਮਿਹਰ ਹੋਵੇ। ਇਸ ਦੀ ਤੰਦ ਕੱਚੇ ਧਾਗੇ ਵਾਂਗ ਹੈ ਜੋ ਹੰਕਾਰ ਰੂਪੀ ਠੋਕਰ ਨਾਲ ਜਲਦੀ ਹੀ ਟੁੱਟ ਜਾਂਦੀ ਹੈ। ਭਗਤੀ ਵਿੱਚ ਹਉਮੈ ਦੀ ਕੋਈ ਗਾਥਾ, ਕੋਈ ਥਾਂ ਨਹੀਂ। ਆਪਣੀ ਗੱਲ ਨੂੰ ਜ਼ਿਆਦਾ ਜ਼ੋਰਦਾਰ ਅਤੇ ਕਾਵਕ ਬਣਾਉਣ ਲਈ ਉਸਨੇ ਰਾਧਾ ਕ੍ਰਿਸ਼ਨ ਦੇ ਮਨ ਮੁਠਾਕ ਦੀ ਕਥਾ ਦਾ ਆਸਰਾ ਲਿਆ ਹੈ। ਇਸੇ ਤਰ੍ਹਾਂ ਹੀ ਜਿਹੜਾ ਹੈ ਉਸ ਦੀ ਦੂਜੀ ਰਚਨਾ ਆਪਣੇ ਪਾਠਕ੍ਰਮ ਦੇ ਵਿੱਚ ਸ਼ਾਮਿਲ ਕੀਤੀ ਗਈ ਹੈ ਜਾਂ ਇਸ ਪਾਠ ਪੁਸਤਕ ਦੇ ਵਿੱਚ। ਪੰਜਾਬੀ ਕ੍ਰਿਸ਼ਨ ਕਾਵਿ ਦੀ ਦੂਜੀ ਵੰਨਗੀ ਪ੍ਰੇਮ ਦੀ ਵਾਰ ਹੈ। ਵਾਰਾਂ ਜ਼ਿਆਦਾਤਰ ਸਿਰਲੱਥ ਸੂਰਮਿਆਂ ਦੀ ਉਸਤਤ, ਖਲਨਾਇਕਾਂ ਦੀ ਨਿੰਦਿਆ ਅਤੇ ਪੀੜਤ ਧਿਰ ਪ੍ਰਤੀ ਕਰੁਣਾ ਭਾਵ ਪੈਦਾ ਕਰਨ ਹਿੱਤ ਲਿਖੀਆਂ ਜਾਂਦੀਆਂ ਸਨ। ਪਰ ਹਥਲੀ ਰਚਨਾ ਦੀ ਭਾਵਨਾ ਵਾਰ ਦੇ ਪਰੰਪਰਾਗਤ ਚਖੋਟੇ ਵਿੱਚ ਨਹੀਂ ਆ ਰਹੀ। ਇਸ ਦਾ ਰੂਪਗਤ ਢਾਂਚਾ ਤਾਂ ਵਾਰ ਵਾਲਾ ਹੈ, ਪਰ ਭਾਵਨਾ ਬਿਰਹਾ ਤੋਂ ਵਿਛੋੜੇ ਵਾਲੀ ਹੈ, ਜਿਸ ਲਈ ਢੁਕਵਾਂ ਕਾਵਿ ਰੂਪ 12 ਮਾਰਿਆ ਹੈ। ਬੀਰ ਰਸੀ ਅਤੇ ਅਧਿਆਤਮਕ ਵਾਰਾਂ ਵਿੱਚ ਇਸ ਨੂੰ ਤਜਰਬਾ ਹੀ ਕਿਹਾ ਜਾ ਸਕਦਾ ਹੈ। ਪ੍ਰੇਮ ਦੀ ਵਾਰ ਦੀ ਵੀ ਮੂਲ ਰੂਪ ਵਿਚਲੇ ਦੋ ਪ੍ਰੇਮੀਆਂ ਦੇ ਪ੍ਰੇਮ ਅਤੇ ਇਸ ਵਿੱਚੋਂ ਉਪਜੇ ਵਿਛੋੜੇ ਬਾਰੇ ਹੈ। ਵਿਯੋਗ ਜੀਵਨ ਦੀ ਇੱਕ ਕੌੜੀ ਸੱਚਾਈ ਹੈ, ਜਿਸ ਤੋਂ ਬਿਨਾਂ ਸੰਜੋਗ ਦੇ ਆਨੰਦ ਦੀ ਤੀਬਰਤਾ ਦਾ ਅਹਿਸਾਸ ਨਹੀਂ ਹੁੰਦਾ। ਇਸੇ ਸੱਚਾਈ ਨੂੰ ਮੁੱਖ ਰੱਖਦਿਆਂ ਕਵੀ ਸੋਧਾ ਨੇ ਦੋਹਾਂ ਤਰ੍ਹਾਂ ਦੇ ਭਾਵਾਂ ਨੂੰ ਇਸ ਵਾਰ ਵਿੱਚ ਸਮਾਂਤਰ ਰੂਪ ਵਿੱਚ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਦੋਹਰਿਆਂ ਵਿੱਚ ਕਵੀ ਦਾ ਪਿਆਰ ਫਲਸਫਾ ਹੈ ਅਤੇ ਪੌੜੀਆਂ ਵਿੱਚ ਬਿਰਹਾ ਭਾਵ ਦੀ ਅਵਿਅੰਜਨਾ। ਇਸੇ ਲਈ ਪਾਠਕਾਂ ਨੂੰ ਇਸ ਵਾਰ ਵਿੱਚੋਂ ਪ੍ਰੇਮ ਦੀਆਂ ਮਧੁਰ ਤਰੰਗਾਂ ਅਤੇ ਬਿਰਹਾ ਦੀਆਂ ਚੀਸਾਂ ਨਾਲੋਂ ਸੁਣਾਈ ਦੇਣਗੀਆਂ। ਪ੍ਰੇਮ ਦੀ ਰਾਹ ਨੂੰ ਕਵੀ ਅਤਿਅੰਤ ਕਠਿਨ ਦੱਸਦਾ ਹੈ, ਜਿਸ 'ਤੇ ਤੁਰਨ ਲੱਗਿਆਂ ਲੋਕ ਰਾਜ ਦਾ ਡਰ, ਧਨ ਦੌਲਤ ਨਾਲ ਮੋਹ, ਰੁਤਬੇ ਦਾ ਫਿਕਰ ਅਤੇ ਪਦਾਰਥਕ ਉਲਝਣਾਂ ਦਾ ਭੈ ਰਹਿੰਦਾ ਹੈ। ਪਰ ਸੱਚਾ ਪ੍ਰੇਮ ਤਿਆਗ ਦੀ ਮੰਗ ਕਰਦਾ ਹੈ। ਜੋ ਵਿਅਕਤੀ ਸੱਚੇ ਪ੍ਰੇਮ ਦੀਆਂ ਮੁਸ਼ਕਲਾਂ ਨੂੰ ਆਪਣਾ ਮੁਕੱਰਰ ਬਣਾ ਲੈਂਦਾ ਹੈ, ਉਹ ਹੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਦਾ ਹੈ। ਪ੍ਰੇਮ ਦੀ ਵਾਰ ਵਿੱਚ ਸਥਿਤੀ ਅਕਰੂਰ ਦੇ ਰੱਥ ਲੈ ਕੇ ਬ੍ਰਿਜ ਆਉਣ 'ਤੇ ਕ੍ਰਿਸ਼ਨ ਨੂੰ ਮਥੁਰਾ ਲਿਜਾਣ ਦੀ ਗੋਪੀਆਂ ਗੁਆਰਨਾ ਨੂੰ ਜਦ ਪਤਾ ਲੱਗਦਾ ਹੈ ਤਾਂ ਉਹ ਇਕੱਠੀਆਂ ਹੋ ਕੇ ਕ੍ਰਿਸ਼ਨ ਨੂੰ ਰੋਕਣ ਦੀਆਂ ਤਰਕੀਬਾਂ ਸੋਚਦੀਆਂ ਹਨ। ਪਰ ਹੁਕਮ ਦੇ ਬੱਧੇ ਕ੍ਰਿਸ਼ਨ ਨੂੰ ਜਾਣਾ ਹੀ ਪੈਂਦਾ ਹੈ। ਜਿਉਂ ਹੀ ਕ੍ਰਿਸ਼ਨ ਰੱਥ ਵਿੱਚ ਸਵਾਰ ਹੁੰਦਾ ਹੈ, ਗੋਪੀਆਂ ਉਸ ਦੇ ਆਲੇ ਦੁਆਲੇ ਘੇਰਾ ਘੱਤ ਕੇ ਖਲੋ ਜਾਂਦੀਆਂ ਹਨ, ਹਾੜੇ ਕੱਢਦੀਆਂ ਹਨ, ਵਾਸਤੇ ਪਾਉਂਦੀਆਂ ਹਨ, ਪਰ ਕਾਨ ਨਹੀਂ ਰੁਕਦਾ। ਕ੍ਰਿਸ਼ਨ ਦੇ ਉਹਨਾਂ ਨੂੰ ਤਿਆਗ ਕੇ ਚਲੇ ਜਾਣ ਪਿੱਛੋਂ ਗੋਪੀਆਂ ਵਿੱਚ ਸੋਗਮਈ ਅਤੇ ਦੁਖਦਾਈ ਅਵਸਥਾ ਨੂੰ ਪੁੱਜਦੀਆਂ ਹਨ। ਕਵੀ ਨੇ ਉਸ ਨੂੰ ਬੜੀ ਨਿਪੁੰਨਤਾ ਨਾਲ ਖਿੱਚਿਆ। ਇੱਧਰ ਬ੍ਰਿਜ ਵਿੱਚ ਦਰਦ ਰੰਜਨੀਆਂ ਗਵਾਲਨਾਂ ਰੋਂਦੀਆਂ ਕੁਰਲਾਉਂਦੀਆਂ ਰਹਿ ਜਾਂਦੀਆਂ ਹਨ ਅਤੇ ਉੱਧਰ ਮਥੁਰਾ ਵਿੱਚ ਕ੍ਰਿਸ਼ਨ ਦੇ ਪੁੱਜਣ ਨਾਲ ਜਸ਼ਨ ਦਾ ਮੌਕਾ ਬਣ ਜਾਂਦਾ ਹੈ। ਮਿਲਾਪ ਤੇ ਵਾਰ ਦਾ ਅੰਤ ਹੋ ਜਾਂਦਾ ਹੈ। ਇੱਥੇ ਆ ਕੇ ਕਵੀ ਸੋਧਾ ਨੇ ਮਿੱਠੜਿਆਂ ਦੀ ਤਰ੍ਹਾਂ ਵਾਰ ਨੂੰ ਇੱਕ ਮੋੜਾ ਦੇ ਕੇ ਅਰਥ ਪਰਿਵਰਤਨ ਦੀ ਰੁਚੀ ਦਿਖਾਈ। ਸਾਰੀ ਵਾਰ ਕ੍ਰਿਸ਼ਨ ਗੋਪੀਆਂ ਦੇ ਦੁਆਲੇ ਘੁੰਮਦੀ ਹੈ, ਪਰ ਆਖਰ 'ਤੇ ਕ੍ਰਿਸ਼ਨ ਨਿਰਗੁਣ ਬ੍ਰਹਮ ਦਾ ਪ੍ਰਤੀਰੂਪ ਹੋ ਨਿਬੜਦਾ ਹੈ, ਜਿਸ ਦਾ ਕੋਈ ਮਾਂ ਬਾਪ, ਭੈਣ ਭਰਾ ਅਤੇ ਮਿੱਤਰ ਨਹੀਂ। ਮਿੱਠੜਿਆਂ ਦੇ ਉਥਾਨ ਲਈ
ਭਾਵ ਮਿੱਠੜਿਆਂ ਦੀ ਰਚਨਾ ਕਰਨ ਸਮੇਂ ਦੋਹਰਾ ਅਤੇ ਸੋਰਠਾ ਛੰਦ ਵਰਤੇ ਗਏ ਹਨ, ਪਰ ਜਿੱਥੋਂ ਰਾਧਾ ਦੇ ਜਿਗਰੀ ਸੱਲ ਤੇ ਹਾੜੇ ਸ਼ੁਰੂ ਹੁੰਦੇ ਹਨ, ਉੱਥੇ ਛੰਦ ਦੀ ਚਾਲ ਕਵਿੱਤ ਵਿੱਚ ਬਦਲ ਜਾਂਦੀ ਹੈ। ਛੰਦਕ ਤਬਦੀਲੀ ਕਵੀ ਦੀ ਪਕੇਰੀ ਪਿੰਗਲਕ ਸੂਝ ਦੀ ਲਿਖਾਇਕ ਹੈ। ਦੋਹਰੇ ਤੇ ਸੋਰਠੇ ਆਪਣੀ ਧੀਮੀ ਗਤੀ ਕਰਕੇ ਕਵੀ ਦੇ ਕਾਵ ਅਨੁਭਵ ਨੂੰ ਨਿਪੁੰਨਤਾ ਸਹਿਤ ਬੰਨ੍ਹ ਸਕੇ ਹਨ, ਜਿਸ ਕਰਕੇ ਉਸਨੂੰ ਤੇਜ਼ ਗਤੀ ਵਾਲਾ ਕਵਿੱਤ ਅਪਣਾਉਣਾ ਪਿਆ। ਦੂਜੇ ਪਾਸੇ ਜਿਹੜੀ ਦੂਜੀ ਰਚਨਾ ਆਪਣੇ ਪਾਠਕ੍ਰਮ ਵਿੱਚ ਸ਼ਾਮਲ ਹੈ, ਪ੍ਰੇਮ ਦੀ ਵਾਰ ਤੇ ਵਾਰ ਤੇ ਮਕਬੂਲ ਛੰਦ ਪੌੜੀ ਵਿੱਚ ਲਿਖੀ ਹੈ, ਜਿਸ ਦੀਆਂ ਸਤਰਾਂ ਦੀ ਗਿਣਤੀ ਕਿਤੇ ਵੱਧ ਹੈ ਤੇ ਕਿਤੇ ਘੱਟ। ਕਵੀ ਸੋਧਾ ਇੱਕ ਬਹੁ-ਭਾਸ਼ਾਈ ਕਵੀ ਹੈ। ਉਸ ਦੀਆਂ ਰਚਨਾਵਾਂ ਵਿੱਚ ਬ੍ਰਿਜ ਭਾਸ਼ਾ ਵੀ ਮਿਸ ਹੈ। ਭਾਵੇਂ ਮੂਲ ਰੂਪ ਵਿੱਚ ਉਹ ਪੰਜਾਬੀ ਦਾ ਕਵੀ ਹੈ, ਪੰਜਾਬੀ ਦੀ ਉਪਭਾਸ਼ਾ ਮਾਝੀ ਦੇ ਵਿਸ਼ੇਸ਼ ਲੱਛਣ ਵੀ ਉਸ ਵਿੱਚ ਦੇਖਣ ਨੂੰ ਮਿਲਦੇ ਹਨ। ਸੋ ਇਸ ਤਰ੍ਹਾਂ ਇਹ ਤਾਂ ਸੀ ਸੰਖੇਪ ਜਿਹੀ ਕਵੀ ਸੋਧਾ ਦੇ ਨਾਲ ਜਾਣ ਪਛਾਣ, ਅਤੇ ਇਸ ਤੋਂ ਅਗਲੇ ਲੈਕਚਰ ਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਜਿਹੜਾ ਹੈ ਉਸ ਦੀ ਪਹਿਲੀ ਰਚਨਾ ਮਿੱਠੜੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।